ਦੋਸਤੋ ਅੱਜ ਦੇ ਸਮੇਂ ਵਿੱਚ ਅਸੀਂ ਇੱਕ ਐਸੇ ਸਮਾਜ ਵਿੱਚ ਜਿਉ ਰਹੇ ਹਾਂ ਜਿੱਥੇ ਸਿਰਫ ਪੁਰਸ਼ਾਂ ਨੂੰ ਹੀ ਮਹੱਤਵ ਦਿੱਤਾ ਜਾਂਦਾ ਹੈ। ਅੱਜ ਵੀ ਜਦੋਂ ਕਿਸੇ ਦੇ ਘਰ ਵਿੱਚ ਬੇਟੀ ਪੈਦਾ ਹੋ ਜਾਂਦੀ ਹੈ ਤਾਂ ਉਸ ਘਰ ਵਿੱਚ ਮਾਯੂਸੀ ਛਾ ਜਾਂਦੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਅੱਜ ਦੇ ਇਨਸਾਨ ਦੀ ਅਗਿਆਨਤਾ ਹੈ, ਜਿਹਦੇ ਕਾਰਨ ਉਹ ਲੜਕੀ ਨੂੰ ਬੋਝ ਸਮਝਦਾ ਹੈ। ਪਰ ਦੋਸਤੋ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲੜਕੀ ਦਾ ਜਨਮ ਹਰ ਕਿਸੇ ਦੇ ਘਰ ਵਿੱਚ ਨਹੀਂ ਹੁੰਦਾ। ਬੇਟੀ ਦਾ ਜਨਮ ਉਹਨਾਂ ਘਰਾਂ ਵਿੱਚ ਹੀ ਹੁੰਦਾ ਹੈ ਜੋ ਲੋਕ ਕਿਸਮਤ ਵਾਲੇ ਹੁੰਦੇ ਹਨ ਤੇ ਜਿਨ੍ਹਾਂ ਨੇ ਆਪਣੇ ਪਿਛਲੇ ਜਨਮਾਂ ਵਿੱਚ ਪੁੰਨ ਕਰਮ ਕੀਤੇ ਹੁੰਦੇ ਹਨ। ਦੋਸਤੋ, ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਪ੍ਰਮਾਤਮਾ ਕੈਸੇ ਘਰਾਂ ਨੂੰ ਬੇਟੀ ਦਾ ਜਨਮ ਦੇਣ ਦੇ ਲਈ ਚੁਣਦਾ ਹੈ ਤੇ ਉਹ ਕਿਹੜੇ ਪੁੰਨ ਕਰਮ ਹਨ ਜਿਹਦੇ ਕਾਰਨ ਇਨਸਾਨ ਨੂੰ ਬੇਟੀ ਦੇ ਮਾਂ-ਬਾਪ ਬਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਦੋਸਤੋ, ਸਾਡੇ ਇਤਿਹਾਸ ਵਿੱਚ ਦਰਜ ਮੈਂ ਤੁਹਾਨੂੰ ਕੁਝ ਐਸੀਆਂ ਗੱਲਾਂ ਦੱਸਾਂਗਾ, ਕੁਝ ਐਸੇ ਤੱਤ ਦੱਸਾਂਗਾ ਜਿਹਦੇ ਨਾਲ ਇਹ ਸਾਬਤ ਹੋ ਜਾਵੇਗਾ ਕਿ ਬੇਟੀ ਦਾ ਜਨਮ ਬੋਝ ਨਹੀਂ ਬਲਕਿ ਖੁਸ਼ਕਿਸਮਤੀ ਦੀ ਗੱਲ ਹੁੰਦੀ ਹੈ। ਦੋਸਤੋ, ਮਹਾਭਾਰਤ ਵਿੱਚ ਦਰਜ ਹੈ ਕਿ ਇੱਕ ਵਾਰ ਭਗਵਾਨ ਕ੍ਰਿਸ਼ਨ ਤੋਂ ਅਰਜੁਨ ਪੁੱਛਦਾ ਹੈ ਕਿ ਹੇ ਭਗਵਾਨ, ਕਿਹੜੇ ਕਰਮਾਂ ਦੇ ਕਾਰਨ ਕਿਸੇ ਦੇ ਘਰ ਵਿੱਚ ਬੇਟੀ ਦਾ ਜਨਮ ਹੁੰਦਾ ਹੈ, ਅਰਥਾਤ ਕੈਸੇ ਘਰਾਂ ਵਿੱਚ ਬੇਟੀਆਂ ਦਾ ਜਨਮ ਹੁੰਦਾ ਹੈ। ਤਾਂ ਭਗਵਾਨ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ ਕਿ ਜੇਕਰ ਕਿਸੇ ਦੇ ਘਰ ਵਿੱਚ ਬੇਟਾ ਕਰਮਾਂ ਦੇ ਨਾਲ ਪੈਦਾ ਹੁੰਦਾ ਹੈ ਤਾਂ ਬੇਟੀਆਂ ਖੁਸ਼ਕਿਸਮਤੀ ਦੇ ਨਾਲ ਪੈਦਾ ਹੁੰਦੀਆਂ ਹਨ। ਤੇ ਜਿਸ ਔਰਤ ਜਾਂ ਮਰਦ ਨੇ ਆਪਣੇ ਪਿਛਲੇ ਜਨਮਾਂ ਵਿੱਚ ਬਹੁਤ ਸਾਰੇ ਪੁੰਨ ਕਰਮ ਕੀਤੇ ਹੁੰਦੇ ਹਨ, ਸਿਰਫ ਉਹਨਾਂ ਨੂੰ ਹੀ ਇੱਕ ਬੇਟੀ ਦੇ ਮਾਤਾ-ਪਿਤਾ ਬਣਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਸਿਰਫ ਇੰਨਾ ਹੀ ਨਹੀਂ, ਬੇਟੀਆਂ ਦੇ ਜਨਮ ਦੇ ਲਈ ਸਿਰਫ ਉਹਨਾਂ ਘਰਾਂ ਨੂੰ ਹੀ ਚੁਣਿਆ ਜਾਂਦਾ ਹੈ ਜੋ ਬੇਟੀਆਂ ਦੇ ਭਾਰ ਨੂੰ ਸਹਿਣ ਕਰ ਸਕਣ, ਕਿਉਂਕਿ ਤਿੰਨਾਂ ਲੋਕਾਂ ਵਿੱਚ ਔਰਤ ਅਰਥਾਤ ਬੇਟੀਆਂ ਹੀ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਭਾਰ ਹਰ ਕੋਈ ਐਰਾ ਗੈਰਾ ਇਨਸਾਨ ਸਹਿਣ ਨਹੀਂ ਕਰ ਸਕਦਾ, ਕਿਉਂਕਿ ਉਹ ਸਿਰਫ ਬੇਟੀਆਂ ਹੀ ਹੁੰਦੀਆਂ ਹਨ ਜੋ ਆਪਣੇ ਮਾਤਾ-ਪਿਤਾ, ਆਪਣੇ ਘਰ ਵਾਲਿਆਂ ਦੇ ਲਈ ਆਪਣੀ ਹਰ ਇੱਕ ਚੀਜ਼ ਨੂੰ ਨਿਸ਼ਾਵਰ ਕਰ ਦਿੰਦੀਆਂ ਹਨ। ਫਿਰ ਭਗਵਾਨ ਨੇ ਕਿਹਾ ਕਿ ਅਰਜੁਨ, ਜਿਸ ਦਿਨ ਸੰਸਾਰ ਵਿੱਚ ਬੇਟੀਆਂ ਦਾ ਜਨਮ ਲੈਣਾ ਰੁਕ ਜਾਵੇਗਾ ਉਸ ਦਿਨ ਇਹ ਸਾਰੀ ਸ੍ਰਿਸ਼ਟੀ ਠਹਿਰ ਜਾਵੇਗੀ ਤੇ ਫਿਰ ਇਸ ਦੁਨੀਆ ਦਾ ਅੰਤ ਹੋ ਜਾਵੇਗਾ। ਦੋਸਤੋ, ਜੇਕਰ ਭਗਵਾਨ ਕ੍ਰਿਸ਼ਨ ਜੀ ਦੀਆਂ ਗੱਲਾਂ ਤੇ ਗੌਰ ਕੀਤਾ ਜਾਵੇ ਤਾਂ ਉਹਨਾਂ ਦੀਆਂ ਗੱਲਾਂ ਬਿਲਕੁਲ ਸਹੀ ਹਨ, ਕਿਉਂਕਿ ਜੇਕਰ ਇਸ ਧਰਤੀ ਉੱਤੇ ਬੇਟੀਆਂ ਹੀ ਨਹੀਂ ਹੋਣਗੀਆਂ ਤਾਂ ਕਿਸੇ ਦਾ ਵੰਸ਼ ਅੱਗੇ ਵਧ ਹੀ ਨਹੀਂ ਪਾਵੇਗਾ। ਦੋਸਤੋ, ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਹੋਏ ਜ਼ਰੂਰ ਸੁਣਿਆ ਹੋਵੇਗਾ ਕਿ ਜਿਸ ਘਰ ਵਿੱਚ ਬੇਟੀ ਦਾ ਜਨਮ ਹੁੰਦਾ ਹੈ ਉਹ ਘਰ ਸਵਰਗ ਦੇ ਸਮਾਨ ਹੁੰਦਾ ਹੈ, ਕਿਉਂਕਿ ਬੇਟਾ ਤਾਂ ਸਿਰਫ ਇੱਕ ਕੁੱਲ ਨੂੰ ਹੀ ਰੌਸ਼ਨ ਕਰਦਾ ਹੈ ਪਰ ਬੇਟੀਆਂ ਦੋ ਕੁੱਲਾਂ ਨੂੰ ਰੌਸ਼ਨ ਕਰਦੀਆਂ ਹਨ। ਮਾਤਾ-ਪਿਤਾ ਦੇ ਘਰ ਵਿੱਚ ਰਹਿ ਕੇ ਉਹ ਬੇਟੀ ਦੇ ਰੂਪ ਵਿੱਚ ਆਪਣਾ ਫਰਜ਼ ਨਿਭਾਉਂਦੀਆਂ ਹਨ ਤੇ ਦੂਜੇ ਪਾਸੇ ਸਹੁਰੇ ਘਰ ਜਾ ਕੇ ਇੱਕ ਬਹੂ ਦੇ ਰੂਪ ਵਿੱਚ ਆਪਣੇ ਸਾਰੇ ਕਰਤੱਵਾਂ ਦਾ ਪਾਲਣ ਕਰਦੀਆਂ ਹਨ। ਦੋਸਤੋ, ਤੁਸੀਂ ਅਕਸਰ ਹੀ ਇਹ ਸੁਣਿਆ ਹੋਵੇਗਾ ਕਿ ਪਰਿਵਾਰ ਵਿੱਚ ਕਿਸੇ ਦੀ ਮੌਤ ਹੋ ਜਾਵੇ ਤਾਂ ਬੇਟੀ ਪਿੰਡਦਾਨ ਨਹੀਂ ਕਰ ਸਕਦੀ। ਪਰ ਦੋਸਤੋ, ਇਹ ਗੱਲ ਬਿਲਕੁਲ ਗਲਤ ਹੈ, ਬਿਲਕੁਲ ਝੂਠ ਹੈ, ਕਿਉਂਕਿ ਰਮਾਇਣ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਸ਼੍ਰੀ ਰਾਮ ਜੀ ਦੇ ਪਿਤਾ ਰਾਜਾ ਦਸ਼ਰਥ ਦੀ ਮੌਤ ਹੋ ਗਈ ਸੀ ਤਾਂ ਮਾਤਾ ਸੀਤਾ ਨੇ ਅਰਥਾਤ ਉਹਨਾਂ ਦੀ ਬਹੂ ਨੇ ਰਾਜੇ ਦਾ ਪਿੰਡਦਾਨ ਕੀਤਾ ਸੀ, ਜਿਸ ਨਾਲ ਉਹਨਾਂ ਦਾ ਜਨਮ ਮਰਨ ਤੋਂ ਛੁਟਕਾਰਾ ਹੋ ਗਿਆ। ਸਿਰਫ ਇੰਨਾ ਹੀ ਨਹੀਂ, ਹਿੰਦੂ ਧਰਮ ਸ਼ਾਸਤਰਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੇਟੀਆਂ ਵੀ ਆਪਣੇ ਪਿਤਾ ਦੇ ਨਾਮ ਦਾ ਪਿੰਡਦਾਨ ਕਰ ਸਕਦੀਆਂ ਹਨ। ਉੱਧਰ ਹੀ ਜੇਕਰ ਸਹੁਰੇ ਘਰ ਵਿੱਚ ਕੋਈ ਪੁੱਤਰ ਨਹੀਂ ਹੈ ਤਾਂ ਐਸੀ ਸਥਿਤੀ ਵਿੱਚ ਵੀ ਬਹੂ ਪਿੰਡਦਾਨ ਕਰ ਸਕਦੀ ਹੈ। ਇਸ ਲਈ ਦੋਸਤੋ, ਹਿੰਦੂ ਧਰਮ ਅਨੁਸਾਰ ਉਹ ਲੋਕ ਬਹੁਤ ਜ਼ਿਆਦਾ ਕਿਸਮਤ ਵਾਲੇ ਮੰਨੇ ਜਾਂਦੇ ਹਨ ਜਿਨ੍ਹਾਂ ਦੇ ਘਰ ਵਿੱਚ ਬੇਟੀ ਦਾ ਜਨਮ ਹੁੰਦਾ ਹੈ, ਤੇ ਉਹ ਲੋਕ ਬਹੁਤ ਜ਼ਿਆਦਾ ਖੁਸ਼ਕਿਸਮਤ ਹੁੰਦੇ ਹਨ ਜਿਨ੍ਹਾਂ ਦੇ ਘਰ ਵਿੱਚ ਇੱਕ ਤੋਂ ਜ਼ਿਆਦਾ ਬੇਟੀਆਂ ਦਾ ਜਨਮ ਹੁੰਦਾ ਹੈ। ਤੇ ਸ਼ਾਇਦ ਇਹੀ ਕਾਰਨ ਹੈ ਕਿ ਬੇਟੀਆਂ ਨੂੰ ਲਕਸ਼ਮੀ ਦਾ ਦਰਜਾ ਦਿੱਤਾ ਗਿਆ ਹੈ। ਦੋਸਤੋ, ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੀ ਇਹ ਸੋਚ ਹੁੰਦੀ ਹੈ ਕਿ ਜੇਕਰ ਬੇਟੀ ਹੈ ਤਾਂ ਬਿਨਾਂ ਵਕਤ ਗਵਾਏ, ਬਿਨਾਂ ਪੜ੍ਹਾਈ ਉੱਤੇ ਕੋਈ ਪੈਸਾ ਖਰਚ ਕੀਤੇ ਜਲਦੀ ਤੋਂ ਜਲਦੀ ਬੇਟੀ ਦਾ ਵਿਆਹ ਕਰ ਦਿਓ। ਪਰ ਦੋਸਤੋ, ਇਹ ਛੋਟੀ ਸੋਚ ਬੇਟੀ ਦੇ ਭਵਿੱਖ ਨੂੰ ਬਰਬਾਦ ਕਰ ਦਿੰਦੀ ਹੈ। ਜ਼ਰਾ ਸੋਚ ਕੇ ਦੇਖੋ ਕਿ ਇੱਕ ਬੱਚੇ ਦੇ ਮਨ ਵਿੱਚ ਕਿੰਨੇ ਸੁਪਨੇ ਹੁੰਦੇ ਹਨ, ਕਿੰਨੇ ਅਰਮਾਨ ਹੁੰਦੇ ਹਨ। ਉਸਨੇ ਕੁਝ ਹਾਸਲ ਕਰਨਾ ਹੁੰਦਾ ਹੈ, ਕੁਝ ਬਣਨਾ ਹੁੰਦਾ ਹੈ, ਪਰ ਬੇਟੀ ਹੋਣ ਦੇ ਕਾਰਨ ਉਹਦੇ ਸੁਪਨੇ ਸਿਰਫ ਸੁਪਨੇ ਬਣ ਕੇ ਹੀ ਰਹਿ ਜਾਂਦੇ ਹਨ। ਇਸ ਲਈ ਆਪਣੀਆਂ ਬੇਟੀਆਂ ਨੂੰ ਉਹਨਾਂ ਦੇ ਸੁਪਨੇ ਪੂਰੇ ਕਰਨ ਦੇਣਾ ਚਾਹੀਦਾ ਹੈ। ਉਹਨਾਂ ਨੂੰ ਜ਼ਿੰਦਗੀ ਦੀ ਹਰ ਇੱਕ ਉਹ ਖੁਸ਼ੀ ਦੇਣੀ ਚਾਹੀਦੀ ਹੈ ਜਿਹਦੀਆਂ ਉਹ ਹੱਕਦਾਰ ਹਨ, ਕਿਉਂਕਿ ਇੱਕ ਬੇਟੇ ਤੋਂ ਜ਼ਿਆਦਾ ਬੇਟੀ ਹੀ ਹੁੰਦੀ ਹੈ ਜੋ ਹਮੇਸ਼ਾ ਆਪਣੇ ਮਾਤਾ-ਪਿਤਾ ਬਾਰੇ ਸੋਚਦੀ ਹੈ। ਅੱਜ ਦੇ ਸਮੇਂ ਵਿੱਚ ਮਾਤਾ-ਪਿਤਾ ਨੂੰ ਪਿਆਰ ਤੇ ਆਪਣਾਪਣ ਇੱਕ ਬੇਟੀ ਹੀ ਦਿਖਾ ਸਕਦੀ ਹੈ ਤੇ ਸਾਨੂੰ ਬੇਟੀ ਦੇ ਜਨਮ ਨੂੰ ਇੱਕ ਜਸ਼ਨ ਦੀ ਤਰ੍ਹਾਂ ਮਨਾਉਣਾ ਚਾਹੀਦਾ ਹੈ।
ਤੇ ਮਾਤਾ ਪਿਤਾ ਨੂੰ ਹਮੇਸ਼ਾ ਬੇਟੀ ਨੂੰ ਇਹ ਅਹਿਸਾਸ ਕਰਵਾਉਂਦੇ ਰਹਿਣਾ ਚਾਹੀਦਾ ਹੈ ਕਿ ਉਹ ਕਿੰਨੀ ਖਾਸ ਹੈ। ਦੋਸਤੋ, ਕਦੇ ਵੀ ਇੱਕ ਬੇਟੀ ਆਪਣੇ ਮਾਂ-ਬਾਪ ਉੱਤੇ ਬੋਝ ਨਹੀਂ ਹੁੰਦੀ। ਉਹ ਸਿਰਫ ਆਪਣੇ ਮਾਂ-ਬਾਪ ਦੀ ਕਿਸਮਤ ਨੂੰ ਚਮਕਾਉਣ ਦੇ ਲਈ ਉਹਨਾਂ ਦੇ ਘਰ ਵਿੱਚ ਜਨਮ ਲੈਂਦੀ ਹੈ। ਦੋਸਤੋ, ਕਈ ਲੋਕਾਂ ਦਾ ਕਹਿਣਾ ਹੈ ਕਿ ਹਿੰਦੂ ਇਤਿਹਾਸ ਵਿੱਚ ਲੜਕੀਆਂ ਦੀ ਮਹੱਤਤਾ ਨਹੀਂ ਹੈ, ਪਰ ਧਨ ਦੀ ਦੇਵੀ ਲక్ష్ਮੀ, ਮਾਂ ਦੁਰਗਾ ਤੇ ਮਾਂ ਕਾਲੀ ਇਹ ਵੀ ਔਰਤਾਂ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ, ਜਿਨ੍ਹਾਂ ਨੂੰ ਦੇਵੀਆਂ ਦੇ ਰੂਪ ਵਿੱਚ ਅੱਜ ਵੀ ਪੂਜਿਆ ਜਾਂਦਾ ਹੈ। ਦੋਸਤੋ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਸਾਡੀਆਂ ਲੜਕੀਆਂ ਲੜਕਿਆਂ ਤੋਂ ਕਿਤੇ ਘੱਟ ਹਨ। ਇਸ ਗੱਲ ਦਾ ਵਰਣਨ ਸਾਨੂੰ ਇਤਿਹਾਸ ਵਿੱਚ ਵੀ ਮਿਲਦਾ ਹੈ। ਵਸ਼ਿਸ਼ਟ ਜੀ ਦੀ ਪਤਨੀ ਅਰੁੰਧਤੀ ਨੇ ਵਰਣ ਤੇ ਇੰਦਰਦੇਵ ਨੂੰ ਬ੍ਰਹਮ ਗਿਆਨ ਦੀ ਸਿੱਖਿਆ ਦਿੱਤੀ ਸੀ ਤੇ ਸਾਰੇ ਧਨੁਰਧਾਰੀਆਂ ਦੀ ਤਰ੍ਹਾਂ ਦ੍ਰੋਪਦੀ ਵੀ ਸ਼ਸਤਰ ਵਿਦਿਆ ਦੀ ਜਾਣਕਾਰ ਸੀ। ਮਹਾਭਾਰਤ ਦੇ ਵਿੱਚ ਵਰਣਨ ਹੈ ਕਿ ਦ੍ਰੋਪਦੀ ਅਰਥ ਸ਼ਾਸਤਰੀ ਸੀ ਤੇ ਯੁਧਿਸ਼ਟਰ ਦੇ ਰਾਜ ਕੰਮਾਂ ਵਿੱਚ ਸਹਿਯੋਗ ਦਿੰਦੀ ਸੀ। ਇਹ ਸਾਡੀ ਗਲਤਫਹਿਮੀ ਹੈ ਕਿ ਹਿੰਦੂ ਧਰਮ ਵਿੱਚ ਲੜਕੀਆਂ ਦੀ ਇੱਜ਼ਤ ਨਹੀਂ ਕੀਤੀ ਜਾਂਦੀ ਸੀ, ਕਿਉਂਕਿ ਸਿਰਫ ਦ੍ਰੋਪਦੀ ਦੇ ਕੱਪੜੇ ਛੂਹਣ ਦੇ ਕਾਰਨ ਹੀ ਕੌਰਵਾਂ ਦਾ ਨਾਮੋ ਨਿਸ਼ਾਨ ਮਿਟ ਗਿਆ ਤੇ ਮਾਤਾ ਸੀਤਾ ਦੇ ਹਰਨ ਦੇ ਕਾਰਨ ਹੀ ਸੋਨੇ ਦੀ ਲੰਕਾ ਸੜ ਕੇ ਸਵਾਹ ਹੋ ਗਈ। ਦੋਸਤੋ, ਜਦੋਂ ਰਮਾਇਣ ਵਿੱਚ ਭਗਵਾਨ ਰਾਮ ਧਨੁਸ਼ ਨੂੰ ਤੋੜਦੇ ਹਨ ਤਾਂ ਰਾਜਾ ਜਨਕ ਵਿਆਹ ਦੇ ਲਈ ਦਸ਼ਰਥ ਨੂੰ ਬੁਲਾਵਾ ਭੇਜਦੇ ਹਨ ਤੇ ਫਿਰ ਦਸ਼ਰਥ ਜੀ ਆ ਕੇ ਰਾਜੇ ਜਨਕ ਨੂੰ ਪ੍ਰਣਾਮ ਕਰਦੇ ਹਨ ਤਾਂ ਜਨਕ ਜੀ ਕਹਿੰਦੇ ਹਨ ਕਿ ਤੁਹਾਨੂੰ ਪ੍ਰਣਾਮ ਨਹੀਂ ਕਰਨਾ ਚਾਹੀਦਾ, ਤੁਸੀਂ ਵੱਡੇ ਹੋ, ਤੁਸੀਂ ਲੜਕੇ ਵਾਲੇ ਹੋ। ਤਾਂ ਫਿਰ ਇਸ ਉੱਤੇ ਦਸ਼ਰਥ ਜੀ ਕਹਿੰਦੇ ਹਨ ਕਿ ਵੱਡੇ ਤਾਂ ਤੁਸੀਂ ਹੋ, ਕਿਉਂਕਿ ਤੁਸੀਂ ਤਾਂ ਦਾਤਾ ਹੋ ਤੇ ਮੈਂ ਇੱਕ ਯਾਚਕ ਹਾਂ। ਦੋਸਤੋ, ਇਹ ਗੱਲ ਬਿਲਕੁਲ ਸਹੀ ਹੈ। ਲੜਕੀ ਦੇ ਪਿਤਾ ਨੂੰ ਤਾਂ ਸਗੋਂ ਫਖਰ ਮਹਿਸੂਸ ਕਰਨਾ ਚਾਹੀਦਾ ਹੈ, ਕਿਉਂਕਿ ਉਹ ਦੇਣ ਵਾਲਾ ਹੈ। ਸ਼ਾਸਤਰਾਂ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਮੌਤ ਦੇ ਬਾਅਦ ਪੁੱਤਰ ਪਿੰਡਦਾਨ ਕਰਦਾ ਹੈ ਤਾਂ ਪਿਤਾ ਨੂੰ ਮੁਕਤੀ ਮਿਲ ਜਾਂਦੀ ਹੈ, ਪਰ ਇੱਕ ਲੜਕੀ ਦਾ ਪਿਤਾ ਧਰਮ ਦੇ ਰਾਹ ਉੱਤੇ ਚੱਲਦੇ ਹੋਏ ਜਦੋਂ ਇੱਕ ਚੰਗੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਹੋਏ ਵਰ ਦੇ ਨਾਲ ਆਪਣੀ ਬੇਟੀ ਦਾ ਵਿਆਹ ਕਰਦਾ ਹੈ ਤਾਂ ਉਦੋਂ ਹੀ ਉਸ ਦੀਆਂ 3 ਕੁੱਲਾਂ ਦਾ ਉਧਾਰ ਹੋ ਜਾਂਦਾ ਹੈ, ਕਿਉਂਕਿ ਉਹ ਧਰਮ ਦੇ ਰਾਹ ਤੇ ਚੱਲ ਕੇ ਬੇਟੀ ਦਾ ਦਾਨ ਕਰ ਰਿਹਾ ਹੁੰਦਾ ਹੈ। ਇਸ ਲਈ ਦੋਸਤੋ, ਹਮੇਸ਼ਾ ਉਸ ਬੇਟੀ ਨੂੰ ਪਿਆਰ ਦਿਓ ਜਿਸ ਨੇ ਤੁਹਾਡੇ ਘਰ ਜਨਮ ਲਿਆ ਹੈ ਤੇ ਤੁਹਾਨੂੰ ਪੁੰਨ ਕਰਮਾਂ ਦਾ ਭਾਗੀਦਾਰ ਬਣਾਇਆ ਹੈ। ਦੋਸਤੋ, ਉਹ ਪਰਮਾਤਮਾ ਸਿਰਫ ਉਸੇ ਇਨਸਾਨ ਨੂੰ ਹੀ ਬੇਟੀ ਦਾ ਸੁੱਖ ਦਿੰਦਾ ਹੈ ਜਿਹਦੇ ਅੰਦਰ ਉਸ ਨੂੰ ਪਾਲਣ ਦੀ ਸ਼ਮਤਾ ਹੁੰਦੀ ਹੈ, ਜੋ ਗਰੀਬ ਹੋ ਕੇ ਵੀ ਆਪਣੀ ਬੇਟੀ ਨੂੰ ਪਾਲ ਸਕਦਾ ਹੈ। ਇੱਕ ਵਾਰ ਸਵਾਮੀ ਵਿਵੇਕਾਨੰਦ ਜੀ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਦੇ ਹੋਏ ਪੌੜੀਆਂ ਚੜ੍ਹ ਰਹੇ ਸੀ। ਉਹਨਾਂ ਦੇ ਨਾਲ ਹੀ ਇੱਕ ਆਦਮੀ ਆਪਣੀ ਬੇਟੀ ਨੂੰ ਮੋਢਿਆਂ ਉੱਤੇ ਬਿਠਾ ਕੇ ਪੌੜੀਆਂ ਚੜ੍ਹ ਰਿਹਾ ਸੀ। ਤਾਂ ਸਵਾਮੀ ਵਿਵੇਕਾਨੰਦ ਨੇ ਜਦੋਂ ਉਸ ਆਦਮੀ ਨੂੰ ਆਪਣੀ ਬੇਟੀ ਨੂੰ ਮੋਢਿਆਂ ਉੱਤੇ ਚੁੱਕੀ ਦੇਖਿਆ ਤਾਂ ਉਹਨਾਂ ਨੇ ਉਸ ਆਦਮੀ ਨੂੰ ਕਿਹਾ ਕਿ ਬਾਈ, ਤੂੰ ਬਹੁਤ ਦੇਰ ਤੋਂ ਆਪਣੀ ਬੇਟੀ ਨੂੰ ਮੋਢਿਆਂ ਉੱਤੇ ਲੈ ਕੇ ਚੱਲ ਰਿਹਾ ਹੈ, ਤੈਨੂੰ ਹੁਣ ਇਸ ਦਾ ਬੋਝ ਲੱਗ ਰਿਹਾ ਹੋਵੇਗਾ। ਲਿਆ, ਇਸ ਬੇਟੀ ਨੂੰ ਮੈਨੂੰ ਫੜਾ ਦੇ, ਮੈਂ ਆਪਣੇ ਮੋਢਿਆਂ ਉੱਤੇ ਬਿਠਾ ਲੈਂਦਾ ਹਾਂ, ਤੂੰ ਥੋੜ੍ਹਾ ਸਾਹ ਲੈ ਲੈ। ਤਾਂ ਉਹ ਆਦਮੀ, ਉਹ ਪਿਤਾ ਸਵਾਮੀ ਵਿਵੇਕਾਨੰਦ ਨੂੰ ਕਹਿੰਦਾ ਹੈ ਕਿ ਬੇਟੀਆਂ ਕਦੇ ਵੀ ਆਪਣੇ ਪਿਤਾ ਦੇ ਮੋਢਿਆਂ ਉੱਤੇ ਬੋਝ ਨਹੀਂ ਹੁੰਦੀਆਂ, ਬਲਕਿ ਬੇਟੀਆਂ ਦਾ ਬੋਝ ਜੇਕਰ ਬਾਪ ਦੇ ਮੋਢਿਆਂ ਉੱਤੇ ਹੋਵੇ ਤਾਂ ਬਾਹਰ ਦੇ ਬੋਝ ਨੂੰ ਬੇਟੀਆਂ ਹਲਕਾ ਕਰ ਦਿੰਦੀਆਂ ਹਨ। ਦੋਸਤੋ, ਬੇਟੀਆਂ ਕਦੇ ਵੀ ਧਨ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਜਿਵੇਂ ਕਿ ਅੱਜ ਕੱਲ੍ਹ ਦੇ ਲੜਕੇ ਜਾਂ ਬੇਟੇ ਹੁੰਦੇ ਹਨ। ਉਹ ਸਿਰਫ ਮਾਨ ਸਨਮਾਨ ਤੇ ਮੋਹ ਦੀਆਂ ਭੁੱਖੀਆਂ ਹੁੰਦੀਆਂ ਹਨ। ਤੇ ਦੋਸਤੋ, ਹੁਣ ਤੁਸੀਂ ਇਹ ਜ਼ਰੂਰ ਸੋਚ ਰਹੇ ਹੋਵੋਗੇ ਕਿ ਕਿਹੜੇ ਪੁੰਨ ਕਰਮਾਂ ਦੇ ਕਾਰਨ ਇਨਸਾਨ ਦੇ ਘਰ ਵਿੱਚ ਇੱਕ ਬੇਟੀ ਦਾ ਜਨਮ ਹੁੰਦਾ ਹੈ। ਦੋਸਤੋ, ਗਰੁੜ ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਜੋ ਇਨਸਾਨ ਸਦਾ ਧਰਮ ਦੇ ਰਾਹ ਤੇ ਚੱਲਦੇ ਹਨ, ਸਦਾ ਪੁੰਨ ਕਰਮ ਕਰਦੇ ਹਨ, ਉਹਨਾਂ ਨੂੰ ਹੀ ਬੇਟੀ ਦੇ ਰੂਪ ਵਿੱਚ ਲక్ష్ਮੀ ਦੀ ਪ੍ਰਾਪਤੀ ਹੁੰਦੀ ਹੈ। ਸੋ ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ। ਤੇ ਜੇਕਰ ਦੋਸਤੋ ਤੁਸੀਂ ਅਜੇ ਵੀ ਬੇਟੀ ਨੂੰ ਲੈ ਕੇ ਡਿਸਪੁਆਇੰਟਡ ਹੋ ਤਾਂ ਮੇਰੇ ਇੱਕ ਸਵਾਲ ਦਾ ਜਵਾਬ ਦਿਓ। ਤੁਸੀਂ ਬਹੁਤ ਸਾਰੇ ਲੜਕਿਆਂ ਨੂੰ, ਬਹੁਤ ਸਾਰੇ ਬੇਟਿਆਂ ਨੂੰ ਜਾਂ ਪੁੱਤਰਾਂ ਨੂੰ ਆਪਣੇ ਮਾਂ-ਬਾਪ ਨੂੰ ਅਨਾਥ ਆਸ਼ਰਮ ਵਿੱਚ ਛੱਡਣ ਜਾਂਦੇ ਦੇਖਿਆ ਹੋਵੇਗਾ, ਪਰ ਤੁਸੀਂ ਇੱਕ ਜਾਣਾ ਵੀ ਮੈਨੂੰ ਇਹ ਦੱਸੋ ਕਿ ਕਿਸੇ ਬੇਟੀ ਨੂੰ ਅੱਜ ਤੱਕ ਤੁਸੀਂ ਆਪਣੇ ਮਾਂ-ਬਾਪ ਨੂੰ ਕਿਸੇ ਅਨਾਥ ਆਸ਼ਰਮ ਵਿੱਚ ਛੱਡਣ ਜਾਂਦੇ ਦੇਖਿਆ ਹੈ? ਕਮੈਂਟ ਬਾਕਸ ਵਿੱਚ ਹਾਂ ਜਾਂ ਨਾ ਦੇ ਵਿੱਚ ਜਵਾਬ ਜ਼ਰੂਰ ਦਿਓ। सो दोस्तों, इसी जन्म में ये 2 काम करो, एक नाम जपो और प्रेम करो, किसी जीव का दिल ना दुखाना कभी, मौत याद रखो, मालिक से डरो। सो दोस्तों, इत्थे ही ये वीडियो खत्म होती है। तुहानू वीडियो किस तरह की लगी कमेंट करके जरूर दस्सिओ। जे चंगी लगी तो अगे शेयर भी जरूर करियो। जल्दी मिलते हैं एक नवीं मोटिवेशनल वीडियो दे नाल। तद तक लई धन्नवाद।